वन वेलकम और वेलकम बैक टू माई चैनल BA ਸਮੈਸਟਰ 5 ਪੋਲੀਟੀਕਲ ਸਾਇੰਸ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਕਵਰ ਕਰਾਂਗੇ ਸੈਲੈਂਟ ਫੀਚਰਸ ਆਫ ਅਮਰੀਕਨ ਕਨਸਟੀਟਿਊਸ਼ਨ ਅਮਰੀਕੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਸੋ ਆਪਾਂ ਨੇ ਪਹਿਲਾਂ ਕੀਤੇ ਆ ਬਰਤਾਨਵੀ ਬ੍ਰਿਟਿਸ਼ ਯਾਨੀ ਕਿ UK ਦੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। UK ਦੀ ਸਰਕਾਰ ਕਿਵੇਂ ਚੱਲਦੀ ਹੈ, ਰਾਜੇ ਦਾ ਤੰਤਰ, ਠੀਕ ਹੈ, ਲੋਕਤੰਤਰ ਉੱਥੇ ਕਿਵੇਂ ਆ, ਸੰਸਦੀ ਸ਼ਾਸਨ ਪ੍ਰਣਾਲੀ ਕਿਵੇਂ ਆ, ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ, ਕੈਬਨਿਟ ਦੀਆਂ ਸ਼ਕਤੀਆਂ, ਮੰਤਰੀ ਮੰਡਲ ਦੀਆਂ ਸ਼ਕਤੀਆਂ। ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸਾਇਲੈਂਟ ਫੀਚਰਸ ਆਫ ਅਮਰੀਕਨ ਕਨਸਟੀਟਿਊਸ਼ਨ। ਸੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ 1787 ਦੇ ਵਿੱਚ ਤਿਆਰ ਕੀਤਾ ਗਿਆ ਸੀ। ਇਹ ਸੰਵਿਧਾਨ 1799 ਵਿੱਚ ਲਾਗੂ ਕੀਤਾ ਗਿਆ। ਦੇਖੋ 2 ਸਾਲ ਬਾਅਦ ਲਾਗੂ ਕੀਤਾ ਗਿਆ, ਤਿਆਰ ਇੰਨੇ ਦੇ ਵਿੱਚ ਹੋ ਗਿਆ ਸੀ ਤੇ 2 ਸਾਲ ਬਾਅਦ ਉਸਨੂੰ ਲਾਗੂ ਕੀਤਾ ਗਿਆ। ਹੁਣ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਲੋਕ ਪ੍ਰਭੂ ਸੱਤਾ ਤੇ ਵਿਸ਼ਵਾਸ। ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਨੂੰ ਲੋਕ ਪ੍ਰਭੂ ਸੱਤਾ ਦੇ ਆਧਾਰ ਤੇ ਬਣਾਇਆ ਗਿਆ, ਸੋਵਰਨਿਟੀ ਦੇ ਆਧਾਰ ਤੇ। ਇਸ ਦਾ ਭਾਵ ਹੈ ਕਿ ਜਨਤਾ ਜਿਹੜੀ ਹੈ ਉਹੀ ਸਰਵਉੱਚ ਸ਼ਕਤੀ ਹੈ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਵੀ ਕਿਹਾ ਗਿਆ ਕਿ ਵੀ ਦ ਪੀਪਲ ਆਫ ਯੂਨਾਈਟਿਡ ਸਟੇਟ, ਠੀਕ ਹੈ। ਸੋ ਇਹਦੇ ਤੋਂ ਸਟਾਰਟ ਕੀਤਾ ਗਿਆ। ਸਾਡੀ ਵਾਲੇ ਜਿਹੜਾ ਹੈ ਸਾਡੀ ਜਿਹੜੀ ਪ੍ਰੀਐਂਬਲ ਹੈ, ਪ੍ਰਸਤਾਵਨਾ, ਉਹ ਵੀ ਆਰ ਦ ਪੀਪਲ ਆਫ ਇੰਡੀਆ ਤੋਂ ਸਟਾਰਟ ਹੁੰਦੀ ਹੈ ਤੇ ਇਹਨਾਂ ਦੀ ਹੈ ਵੀ ਆਰ ਪੀਪਲ ਆਫ ਯੂਨਾਈਟਿਡ ਸਟੇਟ। ਸੰਯੁਕਤ ਰਾਜ ਲਈ ਇਸ ਸੰਵਿਧਾਨ ਦੀ ਉਸਾਰੀ ਕਰਦੇ ਹਾਂ, ਠੀਕ ਹੈ। ਤਾਂ ਵਿੱਚ ਜਿਹੜਾ ਹੈ ਬਲੈਂਕ ਛੱਡੇ ਤੇ ਪੂਰੀ ਪ੍ਰੋਪਰ ਲਾਈਨਸ ਹੈ। ਤਾਂ ਇਹਨਾਂ ਨੇ ਇਹ ਕਿਹਾ ਕਿ ਸਾਡੀ ਜਿਹੜੀ ਹੈ ਸੰਵਿਧਾਨਕ ਸ਼ਕਤੀ ਦਾ ਅੰਤਿਮ ਸੋਮਾ ਕੀ ਹੈ, ਲੋਕ ਹੈ। ਤਾਂ ਇੱਥੇ ਜਿਹੜੀ ਹੈ ਸੋਵਰਨਿਟੀ ਹੈ ਯਾਨੀ ਕਿ ਪ੍ਰਭੂ ਸੱਤਾ ਹੈ। ਲਿਖਤੀ ਹੈ, ਸੰਖੇਪ ਸੰਵਿਧਾਨ ਹੈ, ਮਤਲਬ ਬਰੀਫ ਜਿਹਾ, ਜ਼ਿਆਦਾ ਲੰਬਾ ਚੌੜਾ ਨਹੀਂ ਹੈ ਪਰ ਰਿਟਨ ਹੈ। ਸਭ ਤੋਂ ਪੁਰਾਣਾ ਹੈ, ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਹੈ ਅਤੇ ਬਹੁਤ ਹੀ ਸੰਖੇਪ ਹੈ। ਕੇਵਲ 7 ਅਨੁਛੇਦ ਹੈ, ਬਿਲਕੁਲ ਛੋਟਾ ਜਿਹਾ। ਅਤੇ ਲਾਰਡ ਬਰਾਈਜ਼ ਅਨੁਸਾਰ ਇਹਨੂੰ ਕੇਵਲ 15 ਮਿੰਟਾਂ ਦੇ ਵਿੱਚ ਪੜ੍ਹਿਆ ਜਾ ਸਕਦਾ ਹੈ ਅਤੇ ਅੱਜ ਤੱਕ ਕੇਵਲ 27 ਅਮੈਂਡਮੈਂਟਸ ਸ਼ੋਧਾਂ ਹੀ ਕੀਤੀਆਂ ਗਈਆਂ ਨੇ। ਸੰਸਾਰ ਦਾ ਸਭ ਤੋਂ ਛੋਟਾ ਸੰਵਿਧਾਨ ਹੈ, ਠੀਕ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ 395 ਅਨੁਛੇਦ, ਇਟਲੀ ਦੇ ਸੰਵਿਧਾਨ 'ਚ 157 ਅਨੁਛੇਦ ਅਤੇ ਜਾਪਾਨ ਦੇ ਸੰਵਿਧਾਨ ਵਿੱਚ 103 ਅਨੁਛੇਦ ਨੇ, ਜਦੋਂ ਕਿ ਅਮਰੀਕਾ ਦੇ ਕੇਵਲ 7। ਦਾ ਸਭ ਤੋਂ ਛੋਟਾ ਸੰਵਿਧਾਨ ਹੈ, ਸਭ ਤੋਂ ਪੁਰਾਣਾ ਹੈ। 15 ਮਿੰਟਾਂ 'ਚ ਆਪਾਂ ਇਹਨੂੰ ਪੜ੍ਹ ਸਕਦੇ ਹਾਂ। ਸੰਵਿਧਾਨ ਦੀ ਸਰਵਉੱਚਤਾ ਹੁਣ ਦੇਖੋ ਸੁਪਰੀਮ ਹੈ। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਸਨੂੰ ਸਰਵ ਉੱਚ ਕਾਨੂੰਨ ਪ੍ਰਵਾਨ ਕੀਤਾ ਗਿਆ ਅਤੇ ਰਾਸ਼ਟਰੀ ਰਾਜ ਸਥਾਨਕ ਸਰਕਾਰਾਂ ਦੇ ਸਾਰੇ ਅੰਗਾਂ ਤੋਂ ਸਰਵਉੱਚ ਹੈ। ਤਾਂ ਸੰਵਿਧਾਨ ਸਭ ਤੋਂ ਉੱਚਾ ਹੈ। ਇਹਨਾਂ ਸਾਰੇ ਅਨੁਛੇਦ ਜਿੰਨੇ ਵੀ ਹੈਗੇ ਨੇ 7 ਹੈ, ਤਾਂ ਇਹਨਾਂ ਦੀ ਪਾਲਣਾ ਕਰਨਾ ਸਭ ਲਈ ਲਾਜ਼ਮੀ ਹੈ, ਭਾਵੇਂ ਉਹ ਦੇਸ਼ ਦਾ ਰਾਸ਼ਟਰਪਤੀ ਹੋਵੇ ਜਾਂ ਸਧਾਰਨ ਨਾਗਰਿਕ ਹੋਵੇ। ਤਾਂ ਸਭ ਨੂੰ ਜਿਹੜਾ ਹੈ ਇਹ ਜਿਹੜਾ ਹੈਗਾ ਸੰਵਿਧਾਨ ਨੂੰ ਮੰਨਣਾ ਪਵੇਗਾ ਅਤੇ ਜਿੰਨੀਆਂ ਵੀ ਸੰਧੀਆਂ ਕਾਨੂੰਨ ਨੇ ਦੂਜੇ ਦੇਸ਼ਾਂ ਨਾਲ ਕੀਤੀਆਂ ਨੇ ਉਹ ਵੀ ਮੰਨਣੀਆਂ ਪੈਣਗੀਆਂ। ਸੰਵਿਧਾਨ ਦੀ ਕਠੋਰਤਾ ਅਤੇ ਤਰਮੀਮ ਯਾਨੀ ਕਿ ਸ਼ੋਧ ਕਰਨ ਦੀ ਵਿਧੀ। ਹੁਣ ਦੇਖੋ ਸਾਰੇ ਹੀ ਸੰਘਾਂ ਰਾਜਾਂ ਵਿੱਚ ਕਠੋਰ ਸੰਵਿਧਾਨ ਅਪਣਾਇਆ ਜਾਂਦਾ ਹੈ ਤਾਂ ਕਿ ਅਮੈਂਡਮੈਂਟ ਨਾ ਹੋਵੇ, ਲੇਕਿਨ ਅਗਰ ਮੈਜੋਰਟੀ ਆਫ ਦ ਪੀਪਲ ਚਾਹੁੰਦੇ ਨੇ ਤਾਂ ਜਿਹੜਾ ਹੈ ਇਸ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਹੈ। ਤਾਂ ਇਸ ਦੇ ਵਿੱਚ ਜਿਹੜੀਆਂ ਹੈਗੀਆਂ ਸ਼ੋਧਾਂ ਕੀਤੀਆਂ ਜਾਂਦੀਆਂ, ਪਰ ਸਿਰਫ ਹਾਲੇ ਤੱਕ ਸਿਰਫ 27 ਸ਼ੋਧਾਂ ਹੀ ਹੋਈਆਂ। ਤਾਂ ਕਮੈਂਟ ਕਰਕੇ ਦੱਸਿਓ ਆਪਣੇ ਭਾਰਤ ਵਿੱਚ ਹੁਣ ਤੱਕ ਕਿੰਨੀਆਂ ਸ਼ੋਧਾਂ ਹੋ ਚੁੱਕੀਆਂ ਨੇ, ਠੀਕ ਹੈ। ਇੱਥੇ ਤਾਂ ਜਿਹੜੀਆਂ ਹੈਗੀਆਂ ਨੇ 27 ਹੀ ਹੋਈਆਂ ਨੇ। ਕਿੰਨੇ ਸਾਲਾਂ ਦੇ ਵਿੱਚ ਹੋਈਆਂ ਨੇ, ਸੋ ਇਹ ਵੀ ਨੋਟ ਡਾਊਨ ਕਰ ਲਓ। 229 ਸਾਲਾਂ ਦੇ ਵਿੱਚ ਸਿਰਫ 27 ਜਿਹੜੀਆਂ ਨੇ ਅਮੈਂਡਮੈਂਟ ਹੋਈਆਂ ਨੇ। ਦੇਖੋ ਕਿੰਨੀਆਂ ਘੱਟ ਅਮੈਂਡਮੈਂਟਸ ਹੁੰਦੀਆਂ। ਆਪਣੇ ਜਿਹੜੇ ਹੈਗੇ ਨੇ 19 ਜਦੋਂ ਤੋਂ ਅਸੀਂ 1950 ਤੋਂ ਜਿਹੜਾ ਹੈ ਸੰਵਿਧਾਨ ਲਾਗੂ ਹੋਇਆ, ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ ਜਿਹੜੀਆਂ ਹੈਗੀਆਂ 100 ਤੋਂ ਉੱਤੇ। ਹੁਣ ਤੁਸੀਂ ਮੈਨੂੰ ਦੱਸਿਓ ਕਿ ਕਿੰਨੀਆਂ ਹੋ ਚੁੱਕੀਆਂ ਨੇ, ਠੀਕ ਹੈ। ਤਾਂ ਆਪਣੇ ਤਾਂ ਬਹੁਤ ਸਾਰੀਆਂ ਅਮੈਂਡਮੈਂਟਸ ਹੋ ਚੁੱਕੀਆਂ ਨੇ। ਇਹ ਸੰਵਿਧਾਨ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕਰਦਾ ਹੈ, ਤਾਂ ਫੈਡਰਲ ਗੌਰਮੈਂਟ ਜਿਹੜੀ ਹੈ ਬਣਾਉਂਦਾ ਹੈ। ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ। ਆਰੰਭ ਵਿੱਚ ਇਸ 'ਚ ਕੇਵਲ 13 ਰਾਜ ਸੀਗੇ, ਪਰ ਹੁਣ ਜਿਹੜੇ ਨੇ 50 ਰਾਜ ਨੇ। ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀ ਦੀ ਵੰਡ ਕੀਤੀ ਗਈ ਹੈ ਸਪਸ਼ਟ। ਬਚੀਆਂ ਸ਼ਕਤੀਆਂ ਰੈਜ਼ੂਡਰੀ ਜਿਹੜੀਆਂ ਹੈ ਪਾਵਰਸ ਉਹ ਰਾਜਾਂ ਨੂੰ ਸੌਂਪੀਆਂ ਗਈਆਂ। ਜੇਕਰ ਸ਼ਕਤੀਆਂ ਦੀ ਵੰਡ ਵਿੱਚ ਕੋਈ ਵਿਵਾਦ ਹੁੰਦਾ ਹੈ ਤਾਂ ਇਹ ਨਿਰਣਾ ਜਿਹੜਾ ਹੈ ਸਰਵਉੱਚ ਅਦਾਲਤ ਕੋਲੇ ਜਾਂਦਾ ਹੈ। ਉਸ ਤੋਂ ਬਾਅਦ 'ਚ ਹੈ ਕਿ ਸੰਯੁਕਤ ਰਾਜ ਅਮਰੀਕਾ ਦੀ ਕੇਂਦਰ ਦੀ ਜਿਹੜੀ ਸ਼ਕਤੀ ਹੈਗੀ ਹੈ, ਕੇਂਦਰੀ ਸਰਕਾਰ ਦੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ। ਸਾਰਥਕ ਸ਼ਕਤੀਆਂ ਨੂੰ ਅੰਨੇ ਕੇਂਦਰ ਨੂੰ ਜਿਹੜਾ ਹੈ ਸ਼ਕਤੀਸ਼ਾਲੀ ਬਣਾਇਆ। ਮਤਲਬ ਜਿਵੇਂ ਆਪਣੇ ਭਾਰਤ 'ਚ ਕੇਂਦਰ ਮਜ਼ਬੂਤ ਹੈ ਤਾਂ ਉੱਥੇ ਵੀ ਮਜ਼ਬੂਤ ਹੈ। ਪ੍ਰਧਾਨਗੀ ਸ਼ਾਸਨ ਪ੍ਰਣਾਲੀ ਸੰਯੁਕਤ ਰਾਜ ਅਮਰੀਕਾ ਵਿੱਚ ਜਿਹੜੀ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ। ਇਸ ਪ੍ਰਣਾਲੀ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਵਿੱਚ ਨੇੜੇ ਦਾ ਸੰਬੰਧ ਨਹੀਂ ਪਾਇਆ ਜਾਂਦਾ। ਦੇਖੋ ਜਿਹੜਾ ਆਪਣੇ ਬਰਤਾਨਵੀ ਸਰਕਾਰ ਕੀਤੀ ਸੀ, ਬਰਤਾਨਵੀ ਸੰਵਿਧਾਨ ਕੀਤਾ ਸੀ, ਤਾਂ ਉਹਦੇ ਵਿੱਚ ਜਿਹੜਾ ਕਿ ਜਿਹੜਾ ਕਾਰਜਪਾਲਿਕਾ ਨਿਆਂਪਾਲਿਕਾ ਹੈ
ਵਿਧਾਨਪਾਲਿਕਾ ਇਹ ਜਿਹੜੇ ਨੇ ਇਕੱਠੇ ਕੰਮ ਕਰਦੇ ਆ। ਪਰ ਇੱਥੇ ਕੀ ਹੈ, ਇਹਨਾਂ 'ਚ ਕੋਈ ਨੇੜੇ ਦਾ ਸੰਬੰਧ ਨਹੀਂ ਹੈ, ਸਗੋਂ ਇਹ ਵੱਖ-ਵੱਖ ਹੋ ਕੇ ਕੰਮ ਕਰਦੀਆਂ ਨੇ। ਨਾ ਤਾਂ ਕਾਰਜਪਾਲਿਕਾ ਵਿਧਾਨਪਾਲਿਕਾ ਨੂੰ ਭੰਗ ਕਰ ਸਕਦੀ, ਨਾ ਹੀ ਵਿਧਾਨਪਾਲਿਕਾ ਕਾਰਜਪਾਲਿਕਾ ਨੂੰ। ਤਾਂ ਰਾਸ਼ਟਰਪਤੀ ਪ੍ਰਧਾਨ ਹੈ, ਵਿਧਾਨਪਾਲਿਕਾ ਕਾਂਗਰਸ ਦਾ ਮੈਂਬਰ ਨਹੀਂ ਹੁੰਦਾ ਅਤੇ ਨਾ ਹੀ ਉਸ ਪ੍ਰਤੀ ਉੱਤਰਦਾਈ ਹੁੰਦਾ। ਠੀਕ ਹੈ, ਤਾਂ ਇਹਨਾਂ ਦਾ ਇੱਥੇ ਜਿਹੜਾ ਹੈ ਥੋੜ੍ਹਾ ਜਿਹਾ ਡਿਫਰੈਂਸ ਹੈ। ਉਸ ਦਾ ਕਾਰਜਕਾਲ ਜਿਹੜਾ ਹੈ ਨਿਸ਼ਚਿਤ ਹੁੰਦਾ ਹੈ। ਜਿਵੇਂ ਅਮਰੀਕਾ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲ ਹੈ ਅਤੇ ਉਹ ਅਸਲੀ ਕਾਰਜਪਾਲਿਕਾ ਹੈ। ਪ੍ਰਧਾਨਗੀ ਸ਼ਾਸਨ ਪ੍ਰਣਾਲੀ ਦਾ ਤਜਰਬਾ ਪਹਿਲੀ ਵਾਰ ਅਮਰੀਕਾ 'ਚ ਹੀ ਕੀਤਾ ਗਿਆ, ਤਾਂ ਫਸਟ ਟਾਈਮ ਉੱਥੇ ਹੀ ਕੀਤਾ ਗਿਆ ਅਤੇ ਉੱਥੇ ਹੀ ਅਮਰੀਕਾ ਦੇ ਵਿੱਚ ਇਹ ਚੀਜ਼ ਚੱਲਦੀ ਹੈ ਕਿ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਅਲੱਗ-ਅਲੱਗ ਕੰਮ ਕਰਦੀਆਂ। ਗਣਤੰਤਰੀ ਸੰਵਿਧਾਨ ਹੈ, ਠੀਕ ਹੈ, ਰਿਪਬਲਿਕਨ ਕੌਂਸਟੀਟਿਊਸ਼ਨ ਹੈ। ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਇੱਕ ਗਣਤੰਤਰੀ ਸੰਵਿਧਾਨ ਹੈ। ਸੰਯੁਕਤ ਰਾਜ ਅਮਰੀਕਾ ਦਾ ਮੁਖੀ ਜੱਦੀ ਨਾ ਹੋ ਕੇ ਜਨਤਾ ਦੁਆਰਾ ਚੁਣਿਆ ਜਾਂਦਾ। ਜਿਵੇਂ ਆਪਣੇ ਭਾਰਤ ਵਿੱਚ ਜਨਤਾ ਚੁਣਦੀ ਹੈ, ਤਾਂ ਉੱਥੇ ਵੀ ਜਨਤਾ ਚੁਣਦੀ ਹੈ। ਰਾਸ਼ਟਰਪਤੀ ਦੀ ਚੋਣ 4 ਸਾਲਾਂ ਲਈ ਕੀਤੀ ਜਾਂਦੀ ਹੈ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਕਿਸੇ ਹੋਰ ਤਰ੍ਹਾਂ ਦੇ ਰਾਜੇ ਦੇ ਚੋਰ ਦਰਵਾਜ਼ੇ ਤੋਂ ਆਉਣ ਦਾ ਕੋਈ ਵੀ ਇਰਾਦਾ ਨਹੀਂ ਹੁੰਦਾ। ਤਾਂ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਦੇ ਮੈਂਬਰਾਂ ਦੀ ਵੀ ਇੱਕ ਨਿਸ਼ਚਿਤ ਮਿਆਦ ਲਈ ਚੋਣ ਹੁੰਦੀ ਹੈ। ਸੈਨੇਟ ਅਮਰੀਕਾ ਦਾ ਸਭ ਤੋਂ ਉੱਪਰਲਾ ਸਦਨ ਹੈ, ਤਾਂ ਸੈਨੇਟ ਹੈ ਉੱਥੇ, ਠੀਕ ਹੈ। ਅਤੇ ਲਾਰਡ ਸਦਨ ਵਾਂਗ ਮੈਂਬਰ ਨਿਯੁਕਤ ਨਹੀਂ ਕੀਤੇ ਜਾਂਦੇ। ਲਾਰਡ ਸਦਨ ਕਿੱਥੇ ਸੀਗਾ? ਲਾਰਡਸ ਵਾਲਾ ਬਰਤਾਨਵੀ ਸਰਕਾਰ ਵਿੱਚ, ਯੂਕੇ ਦੇ ਵਿੱਚ, ਠੀਕ ਹੈ। ਤਾਂ ਇੱਥੇ ਉਹ ਚੀਜ਼ ਨਹੀਂ ਹੈ। ਸੰਵਿਧਾਨ ਵਿੱਚ ਸਪਸ਼ਟ ਕਿਹਾ ਗਿਆ ਕਿ ਰਾਜ ਆਪਣਾ ਸੰਵਿਧਾਨ ਗਣਤੰਤਰੀ ਸਿਧਾਂਤਾਂ ਦੇ ਅਨੁਸਾਰ ਬਣਾਏਗਾ, ਤਾਂ ਲੋਕ ਹੀ ਚੁਣਦੇ ਨੇ, ਠੀਕ ਹੈ। ਅਤੇ ਜੇਕਰ ਕੋਈ ਰਾਜ ਇਹਨਾਂ ਦੀ ਉਲੰਘਣਾ ਕਰਦਾ ਹੈ ਤਾਂ ਕੇਂਦਰ ਸਰਕਾਰ ਉਸ ਵਿੱਚ ਦਖਲਅੰਦਾਜ਼ੀ ਕਰੇਗੀ ਤੇ ਫੈਸਲਾ ਲਏਗੀ। ਰਾਜਾਂ ਦੇ ਰਾਜਪਾਲ ਵੀ ਲੋਕਾਂ ਦੇ ਦੁਆਰਾ ਚੁਣੇ ਜਾਂਦੇ ਨੇ। ਨਾਗਰਿਕਾਂ ਦੇ ਅਧਿਕਾਰ ਜਿਹੜੇ ਨੇ, ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ 1787 ਦੇ ਵਿੱਚ ਤਿਆਰ ਕੀਤਾ ਗਿਆ। ਉਸ ਸਮੇਂ ਨਾਗਰਿਕਾਂ ਦੇ ਅਧਿਕਾਰ ਦਾ ਕੋਈ ਵਰਣਨ ਨਹੀਂ ਸੀ। ਇਸ ਕਰਕੇ ਰਾਜਾਂ ਨੇ ਸੰਵਿਧਾਨ ਨੂੰ ਪ੍ਰਵਾਨਗੀ ਦੇਣ ਵਿੱਚ ਸੰਕੋਚ ਦਰਸਾਇਆ ਸੀਗਾ। ਸੰਵਿਧਾਨ ਰਚਨਹਾਰੇ ਵੀ ਆਪਣੀ ਇਸ ਭੁੱਲ ਨੂੰ ਮਹਿਸੂਸ ਕਰਨ ਲੱਗੇ ਅਤੇ ਲਾਗੂ ਹੋਣ ਤੋਂ ਛੇਤੀ ਹੀ ਮਗਰੋਂ ਉਹਨਾਂ ਨੇ ਇਸ 'ਚ ਅਮੈਂਡਮੈਂਟ ਕੀਤੀ ਅਤੇ ਜਿਹੜਾ ਹੈ ਨਾਗਰਿਕਾਂ ਦੇ ਅਧਿਕਾਰ ਦਿੱਤੇ। ਅਤੇ ਪਹਿਲੀਆਂ 10 ਜਿਹੜੀਆਂ ਹੈ 2.5 ਸਾਲ ਬਾਅਦ ਹੀ ਪਹਿਲੀਆਂ 10 ਜਿਹੜੀਆਂ ਨੇ ਅਮੈਂਡਮੈਂਟਸ ਕਰ ਦਿੱਤੀਆਂ ਗਈਆਂ। ਅਤੇ ਇਹ ਅਮੈਂਡਮੈਂਟਸ ਜਿਹੜੀਆਂ ਨੇ ਕਿਹੜੀਆਂ ਕਿ ਧਾਰਮਿਕ ਸੁਤੰਤਰਤਾ, ਭਾਸ਼ਣ ਦੇਣ ਦੀ ਸੁਤੰਤਰਤਾ, ਲਿਖਣ, ਸਭਾ ਕਰਨ ਅਤੇ ਪ੍ਰਾਰਥਨਾ ਕਰਨ ਦੀ ਸੁਤੰਤਰਤਾ ਹੋਏਗੀ, ਹਥਿਆਰ ਰੱਖਣ ਦਾ ਅਧਿਕਾਰ ਹੋਏਗਾ, ਸ਼ਾਂਤੀ ਦੇ ਸਮੇਂ ਘਰ ਦੇ ਸਵਾਮੀ ਦੀ ਆਗਿਆ ਤੋਂ ਬਿਨਾਂ ਕਿਸੇ ਦੇ ਘਰ ਵਿੱਚ ਸੈਨਿਕ ਨਹੀਂ ਰੱਖੇ ਜਾਣਗੇ, ਹਰੇਕ ਵਿਅਕਤੀ ਨੂੰ ਆਪਣੇ ਜੀਵਨ ਸੰਪਤੀ, ਨਿਵਾਸ ਸਥਾਨ ਦੀ ਸੁਰੱਖਿਆ ਪ੍ਰਾਪਤ ਹੋਏਗੀ, ਮਨਮਾਨੇ ਢੰਗ ਦੇ ਨਾਲ ਉਹਦੀ ਤਲਾਸ਼ੀ ਨਹੀਂ ਲਈ ਜਾਏਗੀ, ਨਾ ਹੀ ਉਸਦੀ ਸੰਪਤੀ ਜ਼ਬਤ ਕੀਤੀ ਜਾਏਗੀ। ਤੇ ਗੰਭੀਰ ਦੋਸ਼ ਨੇ ਤਾਂ ਜਿਊਰੀ ਉਹਦਾ ਫੈਸਲਾ ਕਰੇਗਾ ਤੇ ਇੱਕ ਅਪਰਾਧ ਲਈ ਦੁਬਾਰਾ ਮੁਕੱਦਮਾ ਨਹੀਂ ਚਲਾਇਆ ਜਾਏਗਾ। ਵਿਰੋਧੀ ਗਵਾਹਾਂ ਦੀ ਗਵਾਹੀ ਦੇ ਵਿੱਚ ਅਪਰਾਧੀ ਦੀ ਮੌਜੂਦਗੀ ਹੋਵੇਗੀ। ਅਪਰਾਧੀ ਵਕੀਲ ਦੀ ਸਹਾਇਤਾ ਲਏਗਾ। ਕਾਨੂੰਨ ਦੇ ਮੁਕੱਦਮੇ ਜਿਊਰੀ ਵਿਚਾਰ ਕਰੇਗੀ। ਕਿਸੇ ਵੀ ਦੋਸ਼ੀ ਤੋਂ ਨਾ ਤਾਂ ਵਧੇਰੇ ਜ਼ਮਾਨਤ ਮੰਗੀ ਜਾਏਗੀ, ਨਾ ਹੀ ਜ਼ਿਆਦਾ ਜੁਰਮਾਨਾ ਕੀਤਾ ਜਾਏਗਾ। ਬੇਰਹਿਮੀ ਵਾਲਾ ਸਲੂਕ ਨਹੀਂ ਕੀਤਾ ਜਾਏਗਾ। ਅਸਧਾਰਨ ਦੰਡ ਨਹੀਂ ਦਿੱਤਾ ਜਾਏਗਾ। ਤਾਂ 9ਵੀਂ ਜਿਹੜੀ ਅਮੈਂਡਮੈਂਟ ਹੈ ਉਸ 'ਚ ਸਪਸ਼ਟ ਕਰਤਾ ਕਿ ਸੰਵਿਧਾਨ ਵਿੱਚ ਨਾਗਰਿਕਾਂ ਦੇ ਅਧਿਕਾਰ ਅੰਕਿਤ ਕਰਨ ਤੋਂ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਉਹਨਾਂ ਦੇ ਨਿੱਜੀ ਅਧਿਕਾਰ ਬਿਲਕੁਲ ਖਤਮ ਹੋ ਗਏ ਹਨ। ਤਾਂ 10ਵੀਂ ਤਰਮੀਮ ਯਾਨੀ ਕਿ ਅਮੈਂਡਮੈਂਟ ਵਿੱਚ ਇਹ ਕਿਹਾ ਗਿਆ ਕਿ ਜੋ ਅਧਿਕਾਰ ਅਤੇ ਸ਼ਕਤੀਆਂ ਸੰਯੁਕਤ ਰਾਜ ਅਮਰੀਕਾ ਜਾਂ ਰਾਜਾਂ ਨੂੰ ਨਹੀਂ ਸੌਂਪੀਆਂ ਗਈਆਂ, ਉਹ ਨਾਗਰਿਕਾਂ ਦੇ ਅਧਿਕਾਰ ਦੇ ਖੇਤਰ 'ਚ ਨੇ। ਤਾਂ ਸ਼ਕਤੀਆਂ ਦੀ ਅਲਹਿਦਗੀ, ਅਗਰ ਕੋਈ ਸ਼ਕਤੀਆਂ ਦੀ ਅਲਹਿਦਗੀ ਕਰਦਾ ਹੈ ਤਾਂ ਇੱਕ ਜਿਹੜੀ ਹੈ ਸਰਕਾਰ ਇਸ ਦੇ ਲਈ ਜਿਹੜੀ ਹੈਗੀ ਹੈ ਕਾਇਮ ਕੀਤੀ ਜਾਵੇ। ਨਿਰੰਕੁਸ਼ ਸਰਕਾਰ ਦੇ ਭੈ ਤੋਂ ਮੁਕਤ ਰਿਹਾ ਜਾਵੇ। ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਇੱਥੇ ਸ਼ਕਤੀਆਂ ਦੀ ਸੈਪਰੇਸ਼ਨ ਜਿਹੜੀ ਹੈ ਕੀਤੀ ਗਈ ਹੈ, ਅਲੱਗ-ਅਲੱਗ ਸ਼ਕਤੀਆਂ ਅਲੱਗ-ਅਲੱਗ ਦਿੱਤੀਆਂ ਗਈਆਂ ਨੇ। ਤਿੰਨੇ ਸ਼ਕਤੀਆਂ ਜਿਹੜੀਆਂ ਨੇ ਇੱਕ ਹੀ ਹੱਥ ਵਿੱਚ ਸੌਂਪਣ ਦਾ ਅਰਥ ਹੈ ਕਹਿੰਦੇ ਨਿਰੰਕੁਸ਼ਤਾ। ਤਾਂ ਇਟ ਮੀਨਸ ਇਹ ਸ਼ਕਤੀਆਂ ਜਿਹੜੀਆਂ ਨੇ ਅਲੱਗ-ਅਲੱਗ ਦਿੱਤੀਆਂ ਗਈਆਂ ਨੇ, ਇਕੱਠੀਆਂ ਨਹੀਂ ਦਿੱਤੀਆਂ ਗਈਆਂ। ਰੋਕ ਅਤੇ ਸੰਤੁਲਨ ਦਾ ਸਿਧਾਂਤ, ਰਚਨਹਾਰੇ ਜਿਹੜੇ ਸੀ ਸੰਵਿਧਾਨ ਦੇ ਇਸ ਗੱਲ ਤੋਂ ਜਾਣੂ ਸੀ ਕਿ ਜੇਕਰ ਸ਼ਕਤੀਆਂ ਦੀ ਅਲਹਿਦਗੀ ਕੀਤੀ ਜਾਏਗੀ, ਬਿਨਾਂ ਕਿਸੇ ਕੰਟਰੋਲ ਤੋਂ ਲਾਗੂ ਕੀਤਾ ਜਾਏਗਾ ਤਾਂ ਸੰਵਿਧਾਨਕ ਢਾਂਚਾ ਕੰਮ ਕਰਨ 'ਚ ਸਫਲ ਹੋਏਗਾ। ਤਾਂ ਕਰਕੇ ਉਹਨਾਂ ਨੇ ਕਠੋਰਤਾ ਤੋਂ ਬਚਣ ਲਈ ਜਿਹੜੇ ਹੈ ਸੰਵਿਧਾਨ ਦੇ ਵਿੱਚ ਚੈੱਕ ਐਂਡ ਬੈਲੈਂਸਿਸ ਦੀ ਜਿਹੜੀ ਹੈਗੀ ਹੈ ਸਿਧਾਂਤ ਯੂਜ਼ ਕੀਤਾ ਅਤੇ ਕੁਝ ਰੋਕਾਂ ਲਗਾਈਆਂ। ਕਾਨੂੰਨ ਬਣਾਉਣ ਦਾ ਅਧਿਕਾਰ ਕਾਂਗਰਸ ਨੂੰ ਦਿੱਤਾ ਗਿਆ। ਰਾਸ਼ਟਰਪਤੀ ਨੂੰ ਵਿਟੋ ਜਿਹੜਾ ਹੈ ਪਾਵਰ ਅਤੇ ਸਰਵਉੱਚ ਅਦਾਲਤ ਨੂੰ ਸੰਵਿਧਾਨ ਦੀ ਰੱਖਿਆ ਕਰਨ ਦਾ ਅਧਿਕਾਰ ਦਿੱਤਾ ਗਿਆ। ਤਾਂ ਮਤਲਬ ਜਿਹੜਾ ਹੈ ਕਾਰਜਪਾਲਿਕਾ, ਨਿਆਂਪਾਲਿਕਾ, ਜਿਹੜਾ ਹੈ ਵਿਧਾਨਪਾਲਿਕਾ, ਤਿੰਨਾਂ ਨੂੰ ਅਲੱਗ-ਅਲੱਗ ਰੱਖਿਆ ਗਿਆ, ਅਲੱਗ-ਅਲੱਗ ਕੰਮ ਦਿੱਤੇ ਗਏ ਨੇ, ਠੀਕ ਹੈ। ਤਾਂ ਰਾਸ਼ਟਰਪਤੀ ਅਤੇ ਸਰਵਉੱਚ ਅਦਾਲਤ ਆਪਣੇ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਕੇ ਕਿਸੇ ਵੀ ਕਾਨੂੰਨ ਨੂੰ ਰੱਦ ਕਰ ਸਕਦੇ ਨੇ। ਰਾਸ਼ਟਰਪਤੀ ਤੇ ਰੋਕਾਂ ਲਗਾ ਸਕਦੇ ਨੇ। ਉਸ ਤੋਂ ਬਾਅਦ ਹੈ ਦੋਹਰੀ ਨਾਗਰਿਕਤਾ।
ਅਮਰੀਕਾ ਦੇ ਨਾਗਰਿਕਾਂ ਨੂੰ ਦੋਹਰੀ ਨਾਗਰਿਕਤਾ ਪ੍ਰਾਪਤ ਹੈ। ਉਹਨਾਂ ਨੂੰ ਪੂਰੇ ਅਮਰੀਕਾ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੈ ਅਤੇ ਦੂਜੇ ਉਹਨਾਂ ਨੂੰ ਰਾਜ ਦੀ ਵੀ ਨਾਗਰਿਕਤਾ ਪ੍ਰਾਪਤ ਹੈ ਜਿਸ ਦੇਸ਼ ਦੇ ਉਹ ਵਾਸੀ ਹੈ। ਮਤਲਬ ਦੋਹਰੀ ਨਾਗਰਿਕਤਾ ਪ੍ਰਾਪਤ ਹੈ ਦੇਸ਼ ਦੀ ਵੀ ਅਤੇ ਜਿਸ ਰਾਜ 'ਚ ਰਹਿੰਦੇ ਨੇ ਉਹਦੀ ਵੀ। ਦੋ ਸਦਨੀ ਵਿਧਾਨ ਮੰਡਲ। ਕਾਂਗਰਸ ਜਿਹੜੀ ਹੈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦੀ ਵਿਧਾਨ ਪਾਲਿਕਾ ਹੈ। ਇਸ ਦੇ ਦੋ ਸਦਨ ਨੇ, ਸੈਨੇਟ ਅਤੇ ਪ੍ਰਤੀਨਿਧੀ ਸਦਨ। ਸੈਨੇਟ ਉੱਪਰਲਾ ਸਦਨ ਹੈ, ਠੀਕ ਹੈ, ਜਿਵੇਂ ਆਪਣੀ ਰਾਜ ਸਭਾ ਹੈ ਉੱਥੇ ਸੈਨੇਟ ਹੈ, ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ। ਪ੍ਰਤੀਨਿਧੀ ਜਿਹੜਾ ਹੈ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ, ਇਹ ਹੇਠਲਾ ਸਦਨ ਹੈ ਜਿਵੇਂ ਆਪਣੀ ਲੋਕ ਸਭਾ ਹੈ, ਠੀਕ ਹੈ। ਸੈਨੇਟ ਵਿੱਚ ਹਰੇਕ ਰਾਜ ਆਪਣੇ 2-2 ਮੈਂਬਰ ਭੇਜਦਾ ਹੈ। ਇਸ ਤਰ੍ਹਾਂ ਸੈਨੇਟ ਦੇ, ਕਿਉਂਕਿ ਉੱਥੇ 50 ਰਾਜ ਨੇ ਤਾਂ 50 ਮੈਂਬਰ ਨੇ, 6 ਸਾਲ ਦੇ ਸਮੇਂ ਲਈ ਚੋਣ ਕੀਤੀ ਜਾਂਦੀ ਹੈ। ਪ੍ਰਤੀਨਿਧੀ ਜਿਹੜੇ ਸਦਨ ਹੈ ਉਹਨਾਂ ਦੀ ਸੰਖਿਆ ਜਿਹੜੀ ਹੈ 435 ਹੈ। ਆਪਣੇ ਇੱਥੇ ਕਿੰਨੀ ਹੈ ਇਹ ਵੀ ਕੌਮੈਂਟ ਕਰਕੇ ਜ਼ਰੂਰ ਦੱਸਿਓ ਕਿ ਲੋਕ ਸਭਾ ਦੇ ਜਿਹੜੇ ਮੈਂਬਰ ਹੁੰਦੇ ਆ ਆਪਣੇ ਕਿੰਨੇ ਆ। ਅਤੇ ਇਹ ਚੋਣ ਲੋਕਾਂ ਦੇ ਦੁਆਰਾ ਜਿਹੜੀ ਹੈ ਪ੍ਰਤੱਖ ਰੂਪ 'ਚ ਕੀਤੀ ਜਾਂਦੀ ਹੈ। ਹਰੇਕ ਰਾਜ ਦੇ ਵੱਖਰੇ ਵੱਖਰੇ ਸੰਵਿਧਾਨ ਬਣਾਉਣ ਦੇ ਅਧਿਕਾਰ ਦਿੱਤਾ ਗਿਆ ਹੈ ਇਹਨਾਂ ਨੂੰ, ਅਤੇ ਉਹ ਆਪਣਾ ਵੱਖਰਾ ਸੰਵਿਧਾਨ ਬਣਾ ਸਕਦੇ ਨੇ, ਪਰ ਇਹਦੇ ਲਈ ਇਹਨਾਂ ਨੂੰ 2 ਸ਼ਰਤਾਂ ਮੰਨਣੀਆਂ ਪੈਂਦੀਆਂ ਨੇ। ਕਿਸੇ ਰਾਜ ਦਾ ਸੰਵਿਧਾਨ ਸੰਘਾਤਮਕ ਸੰਵਿਧਾਨ ਦੇ ਵਿਰੁੱਧ ਨਹੀਂ ਹੋ ਸਕਦਾ ਅਤੇ ਗਣਤੰਤਰੀ ਸਿਧਾਂਤਾਂ ਦੇ ਆਧਾਰ 'ਤੇ ਇਹਨਾਂ ਨੂੰ ਸੰਵਿਧਾਨ ਬਣਾਉਣਾ ਪਏਗਾ। ਨਿਆਇਕ ਪੁਨਰ ਨਿਰੀਖਣ। ਅਮਰੀਕਾ ਦੀ ਸਰਵਉੱਚ ਅਦਾਲਤ ਨੂੰ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਪ੍ਰਾਪਤ ਹੈ। ਇਹ ਅਧਿਕਾਰ ਉਹਨਾਂ ਨੂੰ ਸੰਵਿਧਾਨ ਦੇ ਕਿਸੇ ਵੀ ਅਨੁਛੇਦ 'ਚ ਨਹੀਂ ਮਿਲਿਆ। ਨਿਆਇਕ ਪੁਨਰ ਨਿਰੀਖਣ ਮਤਲਬ ਜੁਡੀਸ਼ੀਅਲ ਰਿਵਿਊ। ਤਾਂ ਇਸ ਤੋਂ ਭਾਵ ਹੈ ਕਿ ਸਰਵਉੱਚ ਅਦਾਲਤ ਕਾਂਗਰਸ ਦੇ ਕਾਨੂੰਨ ਅਤੇ ਰਾਸ਼ਟਰਪਤੀ ਦੇ ਆਦੇਸ਼ਾਂ ਦੀ ਸੰਵਿਧਾਨਕਤਾ ਦੀ ਸਮੀਖਿਆ ਕਰ ਸਕਦੀ ਹੈ। ਜੇਕਰ ਉਹ ਸਮਝੇ ਕੋਈ ਵੀ ਕਾਨੂੰਨ ਜਿਹੜਾ ਹੈ, ਆਦੇਸ਼ ਜਿਹੜਾ ਹੈ ਸੰਵਿਧਾਨ ਦੇ ਵਿਰੁੱਧ ਹੈ, ਤਾਂ ਸਰਵਉੱਚ ਅਦਾਲਤ ਉਸ ਨੂੰ ਰੱਦ ਕਰ ਸਕਦੀ ਹੈ। ਮਤਲਬ ਕਿ ਅਗਰ ਕੋਈ ਕਾਨੂੰਨ ਰਾਸ਼ਟਰਪਤੀ ਦੇ ਆਦੇਸ਼ਾਂ ਦੇ ਅਕੋਰਡਿੰਗ ਹੈ ਲੇਕਿਨ ਇਹ ਲੋਕਾਂ ਦੇ ਲਈ ਜਿਹੜਾ ਹੈ ਚੰਗਾ ਨਹੀਂ ਹੈ, ਤਾਂ ਸਰਵਉੱਚ ਅਦਾਲਤ ਇਸ ਨੂੰ ਜਿਹੜਾ ਹੈ ਰੱਦ ਕਰ ਸਕਦੀ ਹੈ। ਇਹ ਜਿਹੜਾ ਹੈ ਅਧਿਕਾਰ ਸਰਵਉੱਚ ਅਦਾਲਤ ਕੋਲ ਹੈ। ਪਰੰਪਰਾਵਾਂ। ਤਾਂ ਇਹ ਬਿਲਕੁਲ ਹੀ ਲਿਖਤੀ ਸੰਵਿਧਾਨ ਹੈ, ਪਰੰਪਰਾਵਾਂ ਦੇ ਉੱਤੇ ਨਹੀਂ ਚੱਲਦਾ। ਲੇਕਿਨ ਜਿਹੜਾ ਇੰਗਲੈਂਡ ਦਾ ਸੀਗਾ ਉਹ ਪਰੰਪਰਾਵਾਂ ਦੇ ਆਧਾਰਿਤ ਸੀਗਾ, ਪਰ ਇੱਥੇ ਜਿਹੜਾ ਹੈ ਪਰੰਪਰਾਵਾਂ 'ਤੇ ਆਧਾਰਿਤ ਨਹੀਂ ਹੈ, ਬਿਲਕੁਲ ਲਿਖਤੀ ਹੈ। ਅਤੇ ਪਰੰਪਰਾਵਾਂ ਦਾ ਵਿਕਾਸ ਇਹਦੇ ਵਿੱਚ ਹੋਇਆ ਹੈ ਸੰਵਿਧਾਨ ਦੇ ਵਿੱਚ। ਪਰ ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਇੱਕ ਚੋਣ ਮੰਡਲ ਦੁਆਰਾ ਹੁੰਦੀ ਹੈ। ਪਰੰਪਰਾ ਅਨੁਸਾਰ ਇਹ ਚੋਣ ਲਗਭਗ ਪ੍ਰਤੱਖ ਰੂਪ ਧਾਰਨ ਕਰ ਗਈ ਹੈ, ਠੀਕ ਹੈ। ਪਰੰਪਰਾਵਾਂ ਦੀ ਹੀ ਦੇਣ ਹੈ, ਪਰ ਇੰਨਾ ਨਹੀਂ ਹੈ ਜਿੰਨਾ ਕਿ ਇੰਗਲੈਂਡ ਦੇ ਵਿੱਚ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ ਲਿਖਤੀ ਹੈ, ਸੰਖੇਪ ਹੈ, ਕਠੋਰ ਹੈ ਅਤੇ ਛੋਟੇ ਆਕਾਰ ਦਾ ਹੈ, ਸਰਵਉੱਚ ਹੈ ਅਤੇ ਸ਼ਕਤੀਆਂ ਦੀ ਅਲਹਿਦਗੀ ਦੇ ਸਿਧਾਂਤ ਨੂੰ ਠੀਕ ਰੂਪ ਦੇ ਵਿੱਚ ਕੰਮ ਕਰਨ ਲਈ ਇਸ ਨੂੰ ਯੂਜ਼ ਕੀਤਾ ਗਿਆ। ਅਤੇ ਉੱਪਰਲਾ ਸਦਨ ਜ਼ਿਆਦਾ ਸ਼ਕਤੀਸ਼ਾਲੀ ਹੈ ਹੇਠਲੇ ਸਦਨ ਦੀ ਬਜਾਏ। ਹੁਣ ਦੇਖੋ ਇੰਗਲੈਂਡ 'ਚ ਆਪਾਂ ਦੇਖਿਆ ਸੀਗਾ ਕਿ ਹੇਠਲਾ ਵਾਲਾ ਸਦਨ ਜਿਹੜਾ ਹੈ ਜ਼ਿਆਦਾ ਕਠੋਰ ਹੈ, ਜ਼ਿਆਦਾ ਕੰਮ ਕਰਦਾ ਹੈ, ਸ਼ਕਤੀਸ਼ਾਲੀ ਹੈ। ਆਪਣੇ ਭਾਰਤ 'ਚ ਵੀ ਐਸਾ ਹੈ ਕਿ ਲੋਕ ਸਭਾ ਜਿਹੜੀ ਹੈ ਜ਼ਿਆਦਾ ਸ਼ਕਤੀਸ਼ਾਲੀ ਹੈ ਰਾਜ ਸਭਾ ਦੀ ਬਜਾਏ, ਠੀਕ ਹੈ। ਜਦਕਿ ਰਾਜ ਸਭਾ ਜਿਹੜੇ ਹੈ ਮੰਤਰੀਆਂ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ। ਇੱਦਾਂ ਹੀ ਜਿਹੜਾ ਹੈ ਉੱਪਰਲੇ ਸਦਨ ਜਿਹੜੇ ਹੈ ਇੱਥੇ ਅਮਰੀਕਾ ਦੇ ਵਿੱਚ ਉੱਪਰਲੇ ਸਦਨ ਨੂੰ ਜ਼ਿਆਦਾ ਮਹੱਤਵ ਜਿਹੜਾ ਹੈ ਦਿੱਤਾ ਗਿਆ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਨਵੇਂ ਵੀਡੀਓ ਦੇ ਨਾਲ।